ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ। ਹਨੂਮਾਨ ਸਰ ਗਰੁੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਬੇਦ ਆਰ ਸਿਮਰਤ ਪੁਰਾਨਾ। ਕਮਲਾ ਪਤ ਕਮਲਾ ਨਹੀਂ ਜਾਨਾ। ਕਹੈ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸ਼ਰਨਾਹੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ। ਹੋਵੈ ਸਿਫਤ ਖਸਮਦੀ ਨੂਰ ਅਰਸਹ ਕੁਰਸਹ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰਪੁਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਗੁਰਪੁਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ। ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵਹੁ ਸਦਾ ਸੁਭਾਈ। ਮਨ ਚਿੰਦੇ ਸਗਲੇ ਫਲ ਪਾਵਹੁ। ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਨ ਆਧਾਰਾ। ਹਮ ਸੰਤ ਜਨਾ ਅਰੇ ਨਾਰਾ। ਪਤਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ।
ਸਾਧੂ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ, ਬਾਹੁੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸ਼ਰਣੀ ਪਾਇਆ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬੀਰ ਐਸਾ ਕੋ ਨਹੀਂ, ਮੰਦਰ ਦੇ ਜਰਾਏ, ਪੰਚੋ ਲੜਕੇ ਮਾਰ ਕੇ, ਰਹਿ ਰਾਮ ਲਿਉ ਲਾਏ। ਕਬੀਰ ਐਸਾ ਕੋ ਨਹੀਂ, ਮੰਦਰ ਦੇ ਜਰਾਏ, ਪਾਂਚੋ ਲੜਕੇ ਮਾਰ ਕੇ, ਰਹਿ ਰਾਮ ਲਿਉ ਲਾਏ। ਕਬੀਰ ਐਸਾ ਕੋ ਨਹੀਂ, ਇਹੋ ਤਨ ਦੇਵੈ ਫੂਕ, ਅੰਧਾ ਲੋਗ ਨ ਜਾਣੈ, ਰਹਿਓ ਕਬੀਰਾ ਕੂਕ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ। ਲੋਗ ਸਬਾਇਆ ਚਲ ਗਇਓ, ਹਮ ਤੁਮ ਕਾਮ ਨਿਦਾਨ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਸਮਾਨ। ਲੋਗ ਸਬਾਇਆ ਚਲ ਗਇਓ, ਹਮ ਤੁਮ ਕਾਮ ਨਿਦਾਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਹਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡ ਭਾਗੇ ਹਾਂ ਮਾਲਕ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ
ਪਾਵਨ ਅਸਥਾਨ ਤੋਂ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਜੀ ਤਿਨਾਂ ਦੇ ਸ਼ਲੋਕ ਆਪ ਜੀ ਸਰਵਣ ਕਰਨਾ ਕਰ ਰਹੇ ਹੋ, ਜੋ ਕਿ ਹਰੇਕ ਪੱਖ ਤੋਂ ਹਰੇਕ ਵਿਸ਼ੇ ਤੋਂ ਬਾਬਾ ਕਬੀਰ ਸਾਹਿਬ ਜੀਆਂ ਨੇ ਸਾਨੂੰ ਸੁਚੇਤ ਕੀਤਾ ਹੈ। ਜੇ ਜ਼ਿੰਦਗੀ ਦੀ ਗੱਲ ਹੈ ਤੇ ਜ਼ਿੰਦਗੀ ਨੂੰ ਮਾਨਣਾ ਕਿਵੇਂ ਹੈ, ਸੰਸਾਰ ਦੀ ਗੱਲ ਹੈ, ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਹੈ, ਵੱਖ-ਵੱਖ ਉਦਾਹਰਨਾਂ ਦੇ ਕੇ ਭਗਤ ਕਬੀਰ ਸਾਹਿਬ ਜੀਆਂ ਨੇ ਇਸ ਸੰਸਾਰ ਦੇ ਵਿੱਚ ਮਿਲਿਆ ਹੋਇਆ ਮਨੁੱਖਾ ਜਨਮ ਇਸ ਨੂੰ ਸਵਾਰਨ ਦੀ ਗੱਲ ਕੀਤੀ ਹੈ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸਮੁੱਚੀ ਗੁਰਬਾਣੀ ਦੇ ਵਿੱਚ ਇਹੀ ਸਮਝਾਇਆ ਕਿ ਭਾਈ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਸਦਕਾ ਸਰੀਰ ਮਿਲਿਆ ਹੈ ਤੇ ਇਹਨੂੰ ਚੰਗੇ ਕਾਰਜਾਂ ਵਿੱਚ ਲਾਉਣਾ ਕਰ, ਮਾੜੀ ਸੰਗਤ ਦੇ ਵਿੱਚ ਨਾ ਪੈ, ਮਾੜੇ ਕੰਮ ਨਾ ਕਰ। ਆਓ ਬਾਬਾ ਕਬੀਰ ਸਾਹਿਬ ਜੀ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਸਮਝਾਉਣਾ ਕਰ ਰਹੇ ਨੇ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਮੰਦਰ ਲਫ਼ਜ਼ ਦੇ ਅਰਥ ਦੋ ਰੂਪਾਂ ਦੇ ਵਿੱਚ ਆਏ ਨੇ। ਮੰਦਰ ਜਿਵੇਂ ਹਿੰਦੂ ਧਰਮ ਦੇ ਧਾਰਮਿਕ ਅਸਥਾਨ ਨੇ, ਮੰਦਰ ਘਰ ਨੂੰ ਵੀ ਕਿਹਾ ਜਾਂਦਾ ਹੈ, ਪਰ ਅਸਲ ਦੇ ਵਿੱਚ ਇੱਥੇ ਮੰਦਰ ਦੀ ਗੱਲ ਕੀਤੀ ਹੈ ਸਰੀਰ ਰੂਪੀ ਮੰਦਰ ਦੀ, ਇਹ ਕਾਇਆ ਦੀ। ਕਹਿੰਦੇ ਕੋਈ ਵੀ ਨਹੀਂ ਐਸਾ ਜਗ ਦੇ ਵਿੱਚ ਜੰਮਿਆ, ਐਸਾ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਕਿ ਆਪਣੇ ਮੰਦਰ ਨੂੰ ਆਪਣੀ ਸਰੀਰ ਨੂੰ ਫੂਕ ਦਵੇ, ਕਿਉਂਕਿ ਹਰੇਕ ਨੂੰ ਆਪਣੀ ਕਾਇਆ ਦੇ ਨਾਲ ਆਪਣੇ ਸਰੀਰ ਦੇ ਨਾਲ ਬੜਾ ਪਿਆਰ ਹੈ। ਸਰੀਰ ਤੇ ਨਿੱਕਾ ਜਿਹਾ ਵੀ ਦੁੱਖ ਆ ਜਾਵੇ ਤੇ ਇਨਸਾਨ ਇਹ ਸਮਝਦਾ ਹੈ ਕਿ ਇਹ ਸਰੀਰ ਦੇ ਉੱਤੇ ਦੁੱਖ ਜਿਹੜਾ ਆਇਆ ਇਹ ਆਉਣਾ ਨਹੀਂ ਸੀ ਚਾਹੀਦਾ, ਕਿਉਂਕਿ ਚਿੜਚਿੜਾਪਨ ਜਿਹੜਾ ਹੈ ਨਾ ਉਹ ਬਹੁਤ ਛੇਤੀ ਇਨਸਾਨ ਦੇ ਵਿੱਚ ਆ ਜਾਂਦਾ ਹੈ। ਜਿਵੇਂ ਸਰੀਰ ਦੇ ਉੱਤੇ ਕੋਈ ਰੋਗ ਆ ਗਿਆ, ਹੁਣ ਜਿਸ ਰੋਗ ਨੇ ਆਉਣਾ ਹੈ ਤੇ ਜਾਣਾ ਵੀ ਤੇ ਉਹਨੇ ਆਪਣੇ ਟਾਈਮ ਤੇ ਹੀ ਹੈ। ਮੰਨ ਲਓ ਫੀਵਰ ਹੋ ਗਿਆ ਏ, ਹੁਣ ਉਹਦੀ ਮੈਡੀਸਨ ਲਵਾਂਗੇ, ਸਿਹਤ ਫੇਰ ਹੀ ਠੀਕ ਹੋਵੇਗੀ, ਕਿਉਂਕਿ ਸਰੀਰ ਸਾਡਾ ਇੱਕ ਮਸ਼ੀਨਰੀ ਹੈ। ਜਿਵੇਂ ਇੱਕ ਗੱਡੀ ਚੱਲਦੀ ਹੈ, ਗੱਡੀ ਦੇ ਵਿੱਚ ਪਾਰਟ ਹੁੰਦੇ ਨੇ, ਇਹਦੇ ਇਸੇ ਤਰ੍ਹਾਂ ਸਾਡਾ ਸਰੀਰ ਹੈ, ਸਰੀਰ ਦੇ ਵਿੱਚ ਵੀ ਕਈ ਪਾਰਟ ਨੇ। ਲੀਵਰ ਹੈ, ਦਿਮਾਗ ਹੈ, ਦਿਲ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਆਪੋ ਆਪਣੇ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੋਈ ਇਸ ਤਰ੍ਹਾਂ ਦਾ ਹੈ ਇਸ ਸੰਸਾਰ ਦੇ ਅੰਦਰ ਕਿ ਆਪਣੇ ਸਰੀਰ ਨੂੰ ਫੂਕ ਦਵੇ। ਹੁਣ ਅਸਲ ਦੇ ਵਿੱਚ ਇੱਥੇ ਸਰੀਰ ਫੂਕਣ ਦੀ ਗੱਲ ਨਹੀਂ, ਇੱਥੇ ਸਰੀਰ ਨੂੰ ਸਾੜਨ ਦੀ ਗੱਲ ਨਹੀਂ ਹੈ, ਕਿਉਂਕਿ ਆਪਾਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਆ ਨਾ, ਇੱਕ ਪੰਕਤੀ ਵਿੱਚ ਸਵਾਲ ਹੈ ਤੇ ਦੂਜੀ ਪੰਕਤੀ ਵਿੱਚ ਉਹਦਾ ਜਵਾਬ ਵੀ ਹੈ। ਆਨੰਦ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਹਜ਼ੂਰ ਜੀ ਨੇ ਸਵਾਲ ਕੀਤਾ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਹਿੰਦੇ ਕਿ ਤੇਰੇ ਘਰ ਦੇ ਵਿੱਚ ਕੀ ਨਹੀਂ ਹੈ? ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਡੇ ਘਰ ਦੇ ਵਿੱਚ ਦਾਤਾਂ ਤੇ ਇੰਨੀਆਂ ਏ, ਪਰ ਜਿਸ ਦੇਹ ਸੋ ਪਾਵੇ, ਜਿਹਦੇ ਤੋਂ ਤੂੰ ਕਿਰਪਾ ਕਰਦਾ ਏ,
ਜਿਹਦੇ ਤੇ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਉਹ ਤੇਰੀਆਂ ਦਾਤਾਂ ਨੂੰ ਮਾਣਦੇ ਵੀ ਨੇ। ਤੇ ਕੁਝ ਇਸ ਤਰ੍ਹਾਂ ਦੇ ਵੀ ਹੈਗੇ ਨੇ, ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਕੁਝ ਤੇ ਪ੍ਰਮਾਤਮਾ ਦੀਆਂ ਦਿੱਤੀਆਂ ਦਾ ਦਾਤਾਂ ਜਿਹੜੀਆਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਉਹਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਜੀ ਇੰਨੇ ਜੋਗੇ ਹੈ ਨਹੀਂ ਸਾਂ ਜਿੰਨੇ ਜੋਗੇ ਕਰ ਦਿੱਤੇ। ਪਰ ਕਹਿੰਦੇ ਨੇ ਕਈ ਐਸੇ ਵੀ ਨੇ, ਕੇਤੇ ਲੈ ਲੈ ਮੁਕਰ ਪਾਹੇ, ਪਤਾ ਨਹੀਂ ਕਿੰਨੀਆਂ ਕੁ ਦਾਤਾਂ ਜਿਹੜੀਆਂ ਲੈ ਵੀ ਲਈਆਂ ਨੇ, ਫਿਰ ਮੁੱਕਰ ਗਏ ਨੇ ਕਿ ਸਾਨੂੰ ਅਜੇ ਤੱਕ ਮਿਲਿਆ ਹੀ ਕੁਝ ਨਹੀਂ ਹੈ, ਸਾਨੂੰ ਅਜੇ ਤੱਕ ਦਿੱਤਾ ਹੀ ਕੀ ਹੈ। ਇਹ ਅਸਲ ਦੇ ਵਿੱਚ ਅਕਿਰਤ ਘਣ ਲੋਕ ਇਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਹੁੰਦੇ ਨੇ। ਅਕਿਰਤ ਘਣ ਜੋ ਕਿਸੇ ਦੇ ਦਿੱਤੇ ਤੇ ਇਹ ਨਾ ਕਹਿਣ ਵੀ ਹਾਂ ਤੂੰ ਮੈਨੂੰ ਦਿੱਤਾ ਏ। ਹੁਣ ਵੇਖੋ ਅਕਾਲ ਪੁਰਖ ਪਰਮਾਤਮਾ ਨੇ ਕਿੰਨਾ ਕੁਝ ਸਾਨੂੰ ਦਿੱਤਾ ਏ। ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰੀਰ ਦਿੱਤਾ ਹੈ। ਜਿਹਦੇ ਪਾਸ ਸਰੀਰ ਹੈ, ਸਰੀਰ ਤੰਦਰੁਸਤ ਹੈ, ਹੱਥ ਪੈਰ ਚੱਲਦੇ ਨੇ, ਉਹ ਕੀ ਨਹੀਂ ਸੰਸਾਰ ਤੇ ਕਰ ਸਕਦਾ। ਆਪਣੇ ਹੱਥਾਂ ਦੇ ਨਾਲ, ਪੈਰਾਂ ਦੇ ਨਾਲ ਇਨਸਾਨ ਕਿਰਤ ਕਰੇ, ਦਿਮਾਗ ਨੂੰ ਵਰਤੇ, ਤੇ ਕਹਿੰਦੇ ਨੇ ਕਿ ਉਹ ਇਨਸਾਨ ਕਦੇ ਪਿੱਛੇ ਹਟ ਹੀ ਨਹੀਂ ਸਕਦਾ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਇਸ ਤਰ੍ਹਾਂ ਦਾ ਸੰਸਾਰ ਦੇ ਉੱਤੇ ਕੋਈ ਵੀ ਨਹੀਂ ਹੈ ਜੋ ਆਪਣੇ ਸਰੀਰ ਨੂੰ, ਆਪਣੇ ਤਨ ਨੂੰ ਫੂਕ ਦੇਵੇ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਈ। ਜਰਾਈ ਦਾ ਅਰਥ ਹੈ ਕਿ ਸਾੜ ਦਵੇ, ਸਵਾਹ ਕਰ ਦਵੇ। ਪੰਚੋ ਲੜਕੇ ਮਾਰ ਕੈ ਰਹੇ ਰਾਮ ਲਿਉ ਲਾਏ। ਹੁਣ ਅਗਲੀ ਪੰਕਤੀ ਵਿੱਚ ਬਾਬਾ ਕਬੀਰ ਸਾਹਿਬ ਜੀਆਂ ਨੇ ਇਸ ਤਨ ਨੂੰ, ਕਿਸ ਤਨ ਦੇ ਬਾਰੇ ਲਿਖਿਆ ਹੈ, ਜ਼ਿਕਰ ਕੀਤਾ ਹੈ। ਕਹਿੰਦੇ ਕਿ ਪੰਚੋਂ ਲੜਕੇ ਮਾਰ ਕੇ, ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰ ਕੇ। ਲੜਕੇ ਇੱਥੇ ਪੰਜ ਵਿਕਾਰ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਹੈ। ਬਾਬਾ ਜੀ ਕਹਿੰਦੇ ਕਿ ਇਹ ਪੰਜਾਂ ਵਿਕਾਰਾਂ ਨੂੰ ਜੋ ਮਾਰ ਦਿੰਦਾ ਹੈ, ਰਹੇ ਰਾਮ ਲਿਓ ਲਾਏ, ਉਹਦੀ ਫਿਰ ਰਾਮ ਦੇ ਨਾਲ ਲਿਵ ਲੱਗ ਜਾਂਦੀ ਹੈ। ਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇੱਕ ਤੇ ਉਹ ਨੇ ਜਿਨ੍ਹਾਂ ਦੇ ਲਿਵ ਲੱਗੀ ਹੈ, ਤੇ ਦੂਜੇ ਉਹ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਜਿਹੜੀ ਹੈ ਉਹ ਮਨ ਦੇ ਵਿੱਚ ਆ ਗਈ। ਪਰਿਵਾਰ ਦੇ ਨਾਲੋਂ, ਪਰਮਾਤਮਾ ਦੇ ਨਾਲੋਂ ਕਹਿੰਦੇ ਨੇ ਨਾਤਾ ਹੀ ਟੁੱਟ ਗਿਆ। ਲਿਵ ਸੀ ਜਿਹੜੀ, ਸੁਰਤ ਸੀ ਜਿਹੜੀ, ਕਹਿੰਦੇ ਉਹ ਟੁੱਟ ਗਈ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਪੰਚੋਂ ਲੜਕੇ ਮਾਰ ਕੇ, ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰ ਕੇ ਰਹੇ ਰਾਮ ਲਿਓ ਲਾਏ। ਕਿ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਆਪਣੇ ਸਰੀਰ ਦੇ ਵਿੱਚੋਂ ਈਗੋ ਨੂੰ ਮਾਰ ਕੇ, ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਲ ਜੁੜ ਜਾਇਆ। ਪਰਮਾਤਮਾ ਦੇ ਨਾਲ ਜਿਹੜਾ ਜੁੜ ਗਿਆ ਹੋਵੇਗਾ ਉਹ ਕੋਈ ਵਿਰਲਾ ਹੋਵੇਗਾ। ਕਬੀਰ ਐਸਾ ਕੋ ਨਹੀਂ, ਇਹੋ ਤਨ ਦੇਵੈ ਫੂਕ, ਅੰਧੇ ਲੋਗ ਨਾ ਜਾਣਈ, ਰਹਿਓ ਕਬੀਰਾ ਕੂਕ। ਕਹਿੰਦੇ ਇਸ ਤਰ੍ਹਾਂ ਦਾ ਇਨਸਾਨ ਵੀ ਕੋਈ ਨਹੀਂ ਜੇ ਕਿ ਇਸ ਤਨ ਨੂੰ ਫੂਕ ਦਵੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮੈਂ ਕਹਿ ਰਿਹਾ ਇਹਨੂੰ ਫੂਕ ਦਓ, ਪਰ ਅਸਲ ਦੇ ਵਿੱਚ ਇਹਦੀ ਫਿਲਾਸਫੀ ਕੀ ਹੈ, ਇਹਦੇ ਪਿੱਛੇ ਕੀ ਹੈ? ਬਾਬਾ ਜੀ ਕਹਿੰਦੇ, ਮੈਂ ਇਸ ਤਨ ਦੀ ਗੱਲ ਨਹੀਂ ਕਰਦਾ, ਇਹ ਸਰੀਰ ਦੀ ਗੱਲ ਨਹੀਂ ਕਰਦਾ। ਕਬੀਰ ਐਸਾ ਕੋ ਨਹੀਂ, ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈ। ਇਹੋ ਤਨ ਦੇਵੈ ਫੂਕ, ਕਿ ਇਸ ਤਨ ਦੇ ਅੰਦਰ ਛਪੇ ਹੋਏ ਪੰਜ ਲੜਕੇ ਜਿਹੜੇ ਨੇ, ਪੰਜ ਵਿਕਾਰ ਜਿਹੜੇ ਨੇ, ਉਹਨਾਂ ਨੂੰ ਫੂਕ ਦਵੇ, ਸਵਾਹ ਕਰ ਦਵੇ। ਕੋਈ ਐਸਾ ਨਹੀਂ ਹੈ। ਅੰਧਾ ਲੋਕ ਨਾ ਜਾਣਨਾ ਹੀ। ਹੁਣ ਇੱਥੇ ਅੰਨੇ ਉਹ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਤੇ ਦੀਦਾ ਏ, ਪਰ ਗਿਆਨ ਰੂਪੀ ਅੱਖਾਂ ਦੇ ਵੱਲੋਂ ਉਹ ਸਖਣੇ ਨੇ। ਉਹ ਗਿਆਨ ਉਹਨਾਂ ਨੂੰ ਹੈ ਨਹੀਂ। ਹਾਂ, ਸੰਸਾਰੀ ਤੌਰ ਤੇ ਗੱਲਾਂ ਕਰਦੇ ਨੇ ਗਿਆਨ ਦੀਆਂ, ਆਪਣੇ ਆਪ ਨੂੰ ਸਮਝਦੇ ਨੇ, ਪਰ ਕਹਿੰਦੇ ਗਿਆਨੀ ਉਹ ਨਹੀਂ ਹੈ। ਅਸਲ ਦੇ ਵਿੱਚ ਗਿਆਨ ਸੰਸਾਰ ਦਾ ਰੱਖਣਾ ਚੰਗੀ ਗੱਲ ਹੈ, ਪਰ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ
ਜੇਕਰ ਗਿਆਨ ਨਾ ਰੱਖਿਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਗਿਆਨ ਨਾ ਰੱਖਿਆ, ਕਹਿੰਦਾ ਭਾਈ ਤੂੰ ਫਿਰ ਗਿਆਨੀ ਕਿਸ ਤਰ੍ਹਾਂ ਦਾ ਹੈ। ਹੁਣ ਜੇ ਕੋਈ ਇੰਜੀਨੀਅਰ ਆ, ਕੋਈ ਡਾਕਟਰ ਆ, ਉਹ ਡਿਗਰੀ ਲੈ ਲਵੇ, ਥਿਊਰੀ ਕਰੀ ਜਾਵੇ, ਪਰ ਉਹ ਪ੍ਰੈਕਟੀਕਲ ਨਾ ਕਰੇ। ਹੁਣ ਜਿੰਨਾ ਚਿਰ ਇਸ ਮਹਿਕਮੇ ਦੇ ਵਿੱਚ ਡਾਕਟਰੀ ਹੋ ਗਿਆ ਜਾਂ ਕੋਈ ਹੋਰ ਮਹਿਕਮਾ ਹੋ ਗਿਆ, ਜਿੰਨਾ ਚਿਰ ਪ੍ਰੈਕਟੀਕਲ ਨਹੀਂ, ਥਿਊਰੀ ਕੰਮ ਨਹੀਂ ਕਰੇਗੀ। ਹਾਂ, ਥਿਊਰੀ ਤੋਂ ਇਸ ਕਰਕੇ ਪੜ੍ਹਾਈ ਜਾਂਦੀ ਹੈ ਕਿ ਇਸ ਥਿਊਰੀ ਨੇ ਪ੍ਰੈਕਟੀਕਲ ਦੇ ਵਿੱਚ ਕੰਮ ਆਉਣਾ ਹੈ। ਪਰ ਜੇ ਕੋਈ ਇਨਸਾਨ ਕਵੇ ਕਿ ਮੈਂ ਥਿਊਰੀ ਪੜ੍ਹੀ ਜਾ ਰਿਹਾ ਹੈ, ਜੋ ਲਿਖਿਆ ਉਹ ਪੜ੍ਹੀ ਜਾ ਰਿਹਾ, ਪ੍ਰੈਕਟੀਕਲ ਮੈਂ ਕਰਨਾ ਨਹੀਂ, ਤੇ ਉਹ ਕਾਮਯਾਬ ਨਹੀਂ ਹੋ ਸਕਦਾ। ਇਸੇ ਕਰਕੇ ਬਾਬਾ ਜੀ ਕਹਿ ਰਹੇ ਨੇ, ਅੰਧਾ ਲੋਕ ਨਾ ਜਾਣਈ ਰਹਿਓ ਕਬੀਰਾ ਕੂਕ, ਕਿ ਅਕਲ ਤੋਂ ਗਿਆਨ ਤੋਂ ਅੰਨੇ ਲੋਕ, ਜਿਨ੍ਹਾਂ ਨੂੰ ਅੱਖਾਂ ਤੋਂ ਦੀਦਾ ਹੈ ਪਰ ਅਕਲ ਦੇ ਅੰਨੇ ਨੇ, ਗਿਆਨ ਨਹੀਂ ਹੈ। ਅੰਧਾ ਲੋਕ ਨਾ ਜਾਣਈ, ਜਾਣਦੇ ਹੀ ਨਹੀਂ ਹੈ, ਪ੍ਰਮਾਤਮਾ ਦੀ ਗੱਲ ਨੂੰ ਬੁੱਝਦੇ ਹੀ ਨਹੀਂ ਹੈ। ਰਹਿਓ ਕਬੀਰਾ ਕੂਕ, ਕਹਿੰਦੇ ਕਬੀਰ ਤੇ ਕੂਕ ਕੂਕ ਕੇ ਪੁਕਾਰ ਰਿਹਾ ਹੈ ਕਿ ਭਾਈ ਇਹ ਸਰੀਰ ਦੇ ਵਿੱਚੋਂ ਇਹਨਾਂ ਨੂੰ, ਵਿਕਾਰਾਂ ਨੂੰ ਮਾਰ ਦਿੱਤਾ ਜਾਵੇ, ਇਹਨਾਂ ਨੂੰ ਫੂਕ ਦਿੱਤਾ ਜਾਵੇ, ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰੀਰ ਨੂੰ, ਸਰੀਰ ਦਾ ਨਾਸ ਕਰ ਦੇਣਗੇ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਇਸ ਕਰਕੇ ਅੱਖਾਂ ਦੇ ਨਾਲ ਵੇਖਣਾ ਬੰਦ ਕਰਕੇ, ਭਾਵ ਕਿ ਅੱਖਾਂ ਦੇ ਨਾਲ ਜੋ ਤੁਸੀਂ ਦੇਖਦੇ ਹੋ, ਇਹ ਥੋੜਾ ਜਿਹਾ ਬਾਹਰੀ ਰੂਪ ਦੇ ਵਿੱਚ ਦੇਖਦੇ, ਆਪਣੇ ਵੱਲ ਵੀ ਝਾਤੀ ਮਾਰੋ। ਅੰਧਾ ਲੋਕ ਨਾ ਜਾਣੇ, ਕਹਿੰਦੇ ਅੱਖਾਂ ਹਨ ਪਰ ਅੰਨੇ ਨੇ ਕਿ ਉਹਨਾਂ ਨੂੰ ਸਮਝ ਨਹੀਂ, ਗਿਆਨ ਨਹੀਂ ਹੈ। ਰਹਿਓ ਕਬੀਰਾ ਕੂਕ, ਕਿ ਕਬੀਰ ਕੂਕ ਕੇ ਕਹਿੰਦਾ ਭਾਈ ਇਹਨਾਂ ਅੱਖਾਂ ਦੇ ਨਾਲ ਬਾਰ-ਬਾਰ ਝਾਤਣ ਵਾਲਿਓ, ਆਪਣੇ ਵੱਲ ਵੀ, ਅੰਦਰ ਵੀ ਝਾਤ ਮਾਰੋ ਕਿ ਅੰਦਰ ਕੀ ਹੈ। ਕਬੀਰ ਸਤੀ ਪੁਕਾਰੇ ਚਿਹ ਚੜੀ, ਸੁਨਹੁ ਬੀਰ ਮਸਾਨ। ਹੁਣ ਇੱਥੇ ਉਹਨਾਂ ਦੀ ਗੱਲ ਕੀਤੀ ਜੋ ਜਿਨ੍ਹਾਂ ਦੇ ਪਤੀ ਚੜ੍ਹਾਈ ਕਰ ਜਾਂਦੇ ਨੇ। ਸਤੀ ਹੋਣ ਦੇ ਵਾਸਤੇ ਇਸਤਰੀ ਆਪਣੇ ਹੱਥ ਦੇ ਵਿੱਚ ਇੱਕ ਨਾਰੀਅਲ ਲੈ ਕੇ ਉਤੇ ਸੰਧੂਰ ਪਾ ਕੇ ਸਤੀ ਹੋਣ ਦੇ ਵਾਸਤੇ ਆਪਣੇ ਪਤੀ ਦੀ ਚਿਖਾ ਦੇ, ਬਲਦੀ ਹੋਈ ਚਿਖਾ ਦੇ ਵਿੱਚ ਬਹਿੰਦੀ ਸੀ। ਹੁਣ ਇੱਕ ਕਹਿੰਦੇ ਨੇ ਕਬੀਰ ਸਤੀ ਪੁਕਾਰੇ ਚਿਹ ਚੜੀ, ਇੱਕ ਔਰਤ ਦਾ ਪਤੀ ਕਹਿੰਦੇ ਨੇ ਖਤਮ ਹੋ ਗਿਆ, ਉਹ ਆਪਣੇ ਪਤੀ ਦੀ ਅਰਥੀ ਦੇ ਅੱਗੇ ਅੱਗੇ ਜਾ ਰਹੀ ਹੈ। ਮਸਾਣ ਤਿਆਰ ਕੀਤੀ ਗਈ, ਭਾਵ ਮਸਾਣ ਮੜੀਆਂ ਨੂੰ ਕਿਹਾ ਜਾਂਦਾ ਹੈ। ਚਿਖਾ ਤਿਆਰ ਕੀਤੀ ਗਈ, ਚਿਖਾ ਤਿਆਰ ਕਰਕੇ ਕਹਿੰਦੇ ਨੇ ਕਿ ਹੁਣ ਉਹ ਔਰਤ ਆਪਣੇ ਪਤੀ ਦੇ ਨਾਲ ਸਤੀ ਹੋਣ ਵਾਸਤੇ, ਅੱਗ ਦੇ ਵਿੱਚ ਜਲਣ ਵਾਸਤੇ ਕਹਿ ਰਹੀ ਹੈ। ਕਹਿੰਦੀ ਹੈ ਕਿ ਮੇਰੇ ਪਰਿਵਾਰ ਵਾਲੇ, ਮੇਰੇ ਰਿਸ਼ਤੇਦਾਰ ਮੇਰਾ ਸਾਥ ਛੱਡ ਗਏ, ਪਤੀ ਮੇਰਾ ਸਾਥ ਛੱਡ ਗਿਆ, ਪਰ ਮੈਂ ਪਤੀ ਨੂੰ ਮਿਲਣਾ ਚਾਹੁੰਦੀ ਆ। ਇਹ ਰਿਸ਼ਤੇਦਾਰ, ਸੱਜਣ, ਭੈਣ, ਭਰਾ ਮੈਨੂੰ ਮੇਰੇ ਪਤੀ ਦੇ ਨਾਲ ਨਹੀਂ ਮਿਲਾ ਸਕਦੇ। ਹੇ ਮਸਾਣ ਵੀਰ, ਇੱਕ ਗੱਲ ਤੂੰ ਸੁਣਨਾ ਕਰ, ਲੋਗ ਸੁਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਜੋ ਲੋਗ ਆਏ ਸੀ, ਆ ਕੇ ਦਿਲਾਸਾ ਦੇ ਰਹੇ ਸੀ ਕਿ ਅਸੀਂ ਤੇਰੇ ਨਾਲ ਆ, ਕਹਿੰਦੇ ਉਹ ਵੀ ਪਰਾਂ ਹੋ ਗਏ, ਚਲੇ ਗਏ, ਪਿਛਾਂਹ ਹੋ ਗਏ। ਕਿਉਂ? ਕਿਉਂਕਿ ਪਤਾ ਹੈ ਥੋੜਾ ਚਿਰ ਧਰਵਾਸ ਦੇਵਾਂਗੇ ਫਿਰ ਇਹਨੇ ਵੀ ਇਹਦੇ ਨਾਲ ਸਤੀ ਹੋ ਜਾਣਾ ਹੈ। ਕਹਿੰਦੇ ਉਹ ਚਲੇ ਗਏ, ਲੋਗ ਸੁਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਹੁਣ ਮੈਂ ਤੇ ਤੂੰ ਆ ਬਸ। ਉਹ ਬਲਦੀ ਹੋਈ ਚਿਖਾ ਮਸਾਣਾ ਨੂੰ ਇਹ ਇਸਤਰੀ ਕਹਿ ਰਹੀ ਹੈ। ਭਾਵ ਕਿ ਬਾਬਾ ਕਬੀਰ ਸਾਹਿਬ ਜੀ ਦਾ ਸਮਝਾਉਣ ਦਾ ਇਹ ਤਰੀਕਾ ਹੈ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਆਪਣੇ ਆਖਦੇ ਹਾਂ, ਇੱਕ ਦਿਨ ਤਾਂ ਉਹਨਾਂ ਨੇ ਵੀ ਛੱਡ ਜਾਣਾ, ਸਾਥ ਤਾਂ ਉਹਨਾਂ ਨੇ ਵੀ ਭਾਈ ਛੱਡ ਜਾਣਾ। ਇਸ ਕਰਕੇ ਲੋਕਾਂ ਨੇ ਜਿਹੜੇ ਆਪਾਂ ਪਰਿਵਾਰ, ਰਿਸ਼ਤੇਦਾਰ ਕਹਿੰਦੇ ਉਹਨਾਂ ਨੇ ਵੀ ਇਸ ਸੰਸਾਰ ਦੇ ਵਿੱਚੋਂ ਜਾਣਾ, ਉਹਨਾਂ ਵੀ ਆ।
ਹੁਣ ਇਹ ਸਤੀ ਹੋਣ ਜਾ ਰਹੀ ਇਸਤਰੀ ਕਹਿੰਦੇ ਉਹ ਮਸਾਣਾ ਨੂੰ ਕਹਿ ਰਹੀ ਹੈ, ਸਿਰਫ ਮੈਨੂੰ ਜੇਕਰ ਪਤੀ ਦੇ ਨਾਲ ਮਿਲਾ ਸਕਦਾ ਹੈ ਤੇ ਤੂੰ ਮਿਲਾ ਸਕਦਾ ਹੈ। ਇਹਦੇ ਅੰਤਰੀਵ ਅਰਥ ਵਿਦਵਾਨਾਂ ਨੇ ਇਹ ਕੀਤੇ ਨੇ। ਭਾਈ ਜਦੋਂ ਅਸੀਂ ਇਸ ਸਰੀਰ ਦੇ ਵਿੱਚੋਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਨੂੰ ਖਤਮ ਕਰਦੇ ਹਾਂ, ਆਤਮਿਕ ਮੌਤ ਅਸੀਂ ਦਿਨ ਰਾਤ ਮਰ ਰਹੇ ਹਾਂ, ਆਤਮਿਕ ਮੌਤ। ਤੇ ਇਹਨਾਂ ਆਤਮਿਕ ਮੌਤ ਜਿਹੜੀ ਹੈ ਸਾਡੀ ਹੋ ਰਹੀ ਹੈ, ਦਿਨ ਰਾਤ ਅਸੀਂ ਮਰ ਰਹੇ ਹਾਂ। ਸਰੀਰ ਕਰਕੇ ਜਿੰਨਾ ਹੈ ਪਰ ਆਤਮਾ ਕਰਕੇ ਮਰੇ ਹੋਏ ਹਾਂ, ਜ਼ਮੀਰ ਕਰਕੇ ਮਰੇ ਹੋਏ ਹਾਂ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ ਇਹ ਜਿੰਦ ਰੂਪੀ ਇਸਤਰੀ ਜਿਹੜੀ ਹੈ ਇਹ ਕਹਿ ਰਹੀ ਹੈ ਪ੍ਰਮਾਤਮਾ ਦੇ ਨਾਮ ਨੂੰ ਕਿ ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਜੀ ਮੈਨੂੰ ਤੁਸੀਂ ਅਕਾਲ ਪੁਰਖ ਤੱਕ ਮਿਲਾ ਸਕਦੇ ਹੋ, ਮੈਨੂੰ ਤੁਸੀਂ ਉਸ ਦੇ ਦਰ ਤੱਕ ਲੈ ਕੇ ਜਾ ਸਕਦੇ ਹੋ, ਉਸ ਤੱਕ ਮਿਲਾ ਸਕਦੇ ਹੋ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿੰਦੇ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਬਾਬਾ ਕਬੀਰ ਸਾਹਿਬ ਜੀ ਨੇ ਅਗਲੇ ਬਚਨਾਂ ਦੇ ਵਿੱਚ ਫਰਮਾਉਣਾ ਕੀਤਾ, ਕਹਿੰਦੇ ਨੇ ਕਬੀਰ ਮਨ ਪੰਖੀ ਭਇਓ, ਕਿ ਇਹ ਕਬੀਰ ਇਹ ਮਨ ਜਿਹੜਾ ਇਹ ਪੰਖੀ ਦੀ ਨਿਆਈ ਹੈ। ਪੰਛੀ ਜਿਹੜਾ ਹੈ ਨਾ ਉਹ ਇੱਕ ਦਰਖਤ ਤੋਂ ਦੂਜੇ ਦਰਖਤ ਦੇ, ਦੂਜੇ ਤੋਂ ਤੀਜੇ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਉੱਡਦਾ ਰਹਿੰਦਾ ਹੈ, ਜੰਗਲ ਦੇ ਵਿੱਚ ਉੱਡਦਾ ਰਹਿੰਦਾ ਹੈ। ਆਮ ਸਾਡੇ ਘਰਾਂ ਦੇ ਵਿੱਚ ਕੋਈ ਪੰਛੀ ਬਹਿ ਜਾਂਦਾ ਹੈ, ਇੱਕ ਘਰ ਤੋਂ ਦੂਜੇ ਘਰ ਦੇ ਵਿੱਚ, ਦੂਜੇ ਤੋਂ ਫਿਰ ਅਗਲੇ ਦੇ ਚਲੇ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਕਬੀਰ ਮਨ ਪੰਖੀ ਭਇਓ, ਕਿ ਮਨ ਵੀ ਜਿਹੜਾ ਇਹ ਵੀ ਪੰਖੀ ਦੀ ਨਿਆਈ ਹੈ, ਇਹ ਵੀ ਇੱਕ ਪੰਛੀ ਦੀ ਤਰ੍ਹਾਂ ਹੈ। ਇੱਕ ਚੀਜ਼ ਮਿਲ ਗਈ ਫਿਰ ਦੂਜੀ ਵੱਲ ਹੋ ਜਾਂਦਾ ਹੈ ਕਿ ਦੂਜੀ ਮਿਲਣੀ ਚਾਹੀਦੀ ਹੈ, ਉਹ ਮਿਲ ਗਈ ਫਿਰ ਕਹਿੰਦਾ ਕਿ ਅਜੇ ਵੀ ਥੋੜੀ ਹੈ, ਹੋਰ ਮਿਲਣੀ ਚਾਹੀਦੀ ਹੈ। ਭਾਵ ਕਿ ਇਹ ਪੰਖੀ ਦੀ ਨਿਆਈ ਹੈ, ਪੰਛੀ ਦੀ ਤਰ੍ਹਾਂ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿਦੇ ਸਜਾਏ। ਦਹਿਦਿਸ ਦਾ ਅਰਥ ਹੈ ਕਿ ਦਸਾਂ ਦਿਸ਼ਾਵਾਂ ਦੇ ਵਿੱਚ ਫਿਰਦਾ ਰਹਿੰਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਹੀ ਇਹ ਉੱਡਿਆ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਹਿੰਦੇ ਹੁਣ ਇਹ ਇਕੱਲੇ ਮਨ ਦਾ ਹੀ ਦੋਸ਼ ਨਹੀਂ, ਇਹ ਤੋਂ ਪਹਿਲਾਂ ਵੇਖਣਾ ਪਵੇਗਾ ਕਿ ਸੰਗਤ ਕਿਵੇਂ ਦੀ ਹੈ। ਹੁਣ ਜਿਹਦੀ ਸੰਗਤ ਤੇ ਚੰਗੀ ਹੈ, ਗੁਰਸਿੱਖਾਂ ਵਾਲੀ ਹੈ, ਉਹਨੂੰ ਉਹਦੇ ਵਿੱਚੋਂ ਚੰਗੀ ਸਿੱਖਿਆ ਮਿਲਣੀ ਹੈ, ਫਿਰ ਉਹ ਆਪਣੇ ਮਨ ਨੂੰ ਬੰਨ੍ਹ ਕੇ ਵੀ ਰੱਖੇਗਾ। ਤੇ ਜਿਹਨੂੰ ਸੰਗਤ ਹੀ ਇਸ ਤਰ੍ਹਾਂ ਦੀ ਮਿਲ ਗਈ ਉਹਦਾ ਮਨ ਤੇ ਆਪਣੇ ਆਪ ਤੋਂ ਫਿਰ ਬਾਹਰ ਜ਼ਰੂਰ ਹੋਵੇਗਾ। ਕਿਉਂਕਿ ਆਪਾਂ ਆਮ ਇਹ ਭਾਸ਼ਾ ਦੇ ਵਿੱਚ ਆਮ ਕਹਾਵਤ ਕਹਿੰਦੇ ਆ, ਜੈਸੀ ਸੰਗਤ ਤੈਸੀ ਰੰਗਤ, ਕਿ ਜਿਵੇਂ ਦੇ ਇਨਸਾਨ ਸੰਗਤ ਕਰਦਾ ਏ ਉਵੇਂ ਦਾ ਫਿਰ ਉਹਨੂੰ ਰੰਗ ਚੜ੍ਹਦਾ ਏ, ਉਵੇਂ ਦਾ ਫਿਰ ਉਹਦਾ ਜ਼ਿੰਦਗੀ ਜਿਉਣ ਦਾ ਤਰੀਕਾ ਹੋ ਜਾਂਦਾ ਏ, ਉਵੇਂ ਦਾ ਉਹਦਾ ਲਾਈਫ ਸਟਾਈਲ ਹੋ ਜਾਂਦਾ ਏ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭਾਈ ਸੰਗਤ ਵੀ ਕਰਨੀ ਹੈ, ਉਹ ਵੀ ਸੋਚ ਸਮਝ ਕੇ ਕਰ, ਕਿਹਨਾਂ ਦੀ ਕਰਨੀ ਹੈ ਕਿਹਨਾਂ ਦੀ ਨਹੀਂ ਕਰਨੀ। ਮਹਾਰਾਜ ਜੀਆਂ ਦੀ ਬਾਣੀ ਵਿੱਚ ਪੜ੍ਹਦੇ ਆ ਨਾ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਕਹਿੰਦੇ ਕਿ ਜਿੱਥੇ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਹੋਵੇ ਉਸ ਸੰਗਤ ਵਿੱਚ ਜਾਣ ਦਾ ਫਾਇਦਾ ਹੈ। ਉਹ ਉਹਨਾਂ ਗੁਰਸਿੱਖਾਂ ਦੇ ਕੋਲ ਜਾਣ ਦਾ ਫਾਇਦਾ ਹੈ ਜੋ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਹੋਣ, ਉਹਨਾਂ ਕੋਲ ਜਾਣ ਦਾ ਨਹੀਂ ਫਾਇਦਾ ਜੋ ਕੁਝ ਸੰਗਤ ਦੇ ਵੱਲ ਸਾਨੂੰ ਲੈ ਕੇ ਜਾਂਦੇ ਹੋਣ, ਭੈੜੀ ਮੱਤ ਦੇ ਵੱਲ ਲੈ ਕੇ ਜਾਂਦੇ ਹੋਣ। ਆਓ ਬਾਬਾ ਕਬੀਰ ਸਾਹਿਬ ਜੀ ਕਿਰਪਾ ਕਰਨ, ਇਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ ਦੇ ਅੰਦਰ ਵਸਾਉਣ ਦਾ ਯਤਨ ਕਰੀਏ, ਬਚਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਸਭਨਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ। ਵਿਚਾਰ ਕਰਦੇ ਹਾਂ ਹੋਈਆਂ ਬੇਅਦ ਪ੍ਰਕਾਰ ਦੀਆਂ ਭੁੱਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
अरदास हमारी। जियो पिंड सब तेरा, कहो नानक सब